ਅੱਛਾ, ਤੁਹਾਡੀ ਫੈਮਿਲੀ ਦਾ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਬੜਾ ਇੱਕ ਬੜਾ ਕਰੀਬੀ ਕਿਰਦਾਰ ਰਿਹਾ। ਯੂ ਗਾਇਜ਼ ਔਰ ਮੈਨੇਜਰ ਮਹਾਰਾਜਾ ਰਣਜੀਤ ਸਿੰਘ, ਮੁਸ਼ੀਰ ਵੀ ਸੋ, ਐਡਵਾਈਜ਼ਰ ਵੀ ਸੋ। ਇਹ ਦੱਸੋ ਕਿ ਅਗਰ ਅਸੀਂ ਉਸ ਪੀਰੀਅਡ ਦੀ ਐਜੂਕੇਸ਼ਨ, ਕਿਉਂਕਿ ਤੁਸੀਂ ਐਜੂਕੇਸ਼ਨ ਦੇ ਐਕਸਪਰਟ ਹੋ, ਅਸੀਂ ਤੁਹਾਡਾ ਐਜੂਕੇਸ਼ਨਲ ਐਕਸਪੀਰੀਅੰਸ ਦੇ ਨਾਲ ਗੱਲ ਕਰੀਏ, ਉਸ ਜ਼ਮਾਨੇ ਦੀ ਕਿਹੜੀ ਐਸੀ ਪਾਲਿਸੀ ਹੈ ਜਿਹੜੀ ਅਗਰ ਅੱਜ ਅਡਾਪਟ ਕੀਤੀ ਜਾਏ ਤੇ ਕਮ ਖਰਚ, 12 ਨਸ਼ਿਆਂ ਨਹੀਂ, ਖਰਚਾ ਵੀ ਨਾ ਹੋਵੇ ਤੇ ਕੌਮ ਵੀ ਐਜੂਕੇਟਡ ਹੋ ਜਾਏ? ਕਿਹੜੀ ਐਸੀ ਚੀਜ਼ ਹੈ ਜਿਹੜਾ ਤੁਸੀਂ ਸਮਝੋਗੇ ਕਿ ਉਹ ਅਡਾਪਟ ਕੀਤੀ ਜਾ ਸਕਦੀ? ਵੀ ਜੀ ਦੇਖੋ, ਸਵਾਲ ਤੁਹਾਡਾ ਬਹੁਤ ਚੰਗਾ, ਲੇਕਿਨ ਮੈਂ ਇੰਨਾ ਸਿਆਣਾ ਨਹੀਂ ਹਾਂ ਕਿ ਇਸ ਗੱਲ ਦਾ ਜਵਾਬ ਮੈਨੂੰ ਪਤਾ ਹੋਵੇ, ਇਸ ਕਰਕੇ ਮੈਨੂੰ ਇਹ ਗੁਸਤਾਖੀ ਦੀ ਮਾਫੀ ਦੇਣਾ। ਨਹੀਂ, ਉਹ ਕਹਿੰਦੇ ਨੇ ਨਾ ਕਿ ਮਹਾਰਾਜਾ ਰਣਜੀਤ ਸਿੰਘ ਨੇ ਹਰ ਦਰਸਗਾਹ ਨੂੰ ਹਰ ਇਬਾਦਤਗਾਹ ਦੇ ਨਾਲ ਅਟੈਚ ਕਰਤਾ। ਦੇਖੋ ਜੀ, ਉਹ ਤੇ ਹੈਗਾ ਸੀ। ਉਹ ਦੇਖੋ, ਰਣਜੀਤ ਸਿੰਘ ਪਹਿਲੇ ਵੀ ਸੀ ਕਿ ਜਿੰਨੀਆਂ ਮਸਜਿਦਾਂ ਹੁੰਦੀਆਂ ਸੀ ਉਹਨਾਂ ਨਾਲ ਇੱਕ ਮਦਰਸਾ ਹੁੰਦਾ ਸੀ ਤਾਂ ਕਿ ਸਭ ਨੂੰ ਪੜ੍ਹਾਇਆ ਜਾਏ। ਰਣਜੀਤ ਸਿੰਘ ਜਦੋਂ ਆਏ, ਉਹਨਾਂ ਨੇ ਹਰ ਇੱਕ ਗੁਰਦੁਆਰੇ ਦੇ ਨਾਲ ਇੱਕ ਧਰਮਸਾਲ ਬਣਾਈ ਜਿੱਥੇ ਲੋਕੀ ਰਹਿੰਦੇ ਵੀ ਸੀ, ਲੋਕੀ ਪੜ੍ਹਨ ਨੂੰ ਵੀ ਆਉਂਦੇ ਸੀ। ਤੇ ਲੇਕਿਨ ਜਿਹੜੀ ਪੰਜਾਬ ਦੀ ਐਜੂਕੇਸ਼ਨ ਹੈ ਨਾ ਜੀ, ਉਹ ਉਦੋਂ ਫੇਰ ਵੀ ਪਰਸ਼ੀਅਨ 'ਚ ਹੀ ਹੁੰਦੀ ਸੀ। ਤੇ ਮਹਾਰਾਜਾ ਰਣਜੀਤ ਸਿੰਘ ਨੇ ਗੁਰਮੁਖੀ ਨਹੀਂ ਚੇਂਜ ਕੀਤੀ। ਜਿਹੜੀ ਅਫੀਸ਼ੀਅਲ ਉਹਦੀ ਲੈਂਗੁਏਜ ਸੀ, ਸਟੇਟ ਸਭ ਪੜ੍ਹਾਇਆ ਜਾਂਦਾ ਸੀ, ਉਹ ਅਜੇ ਵੀ ਉਦੋਂ ਦਾ ਟਾਈਮ ਵੀ ਪਰਸ਼ੀਅਨ ਵਿੱਚ ਸੀ, ਸਿੱਕੇ ਵੀ ਪਰਸ਼ੀਅਨ ਵਿੱਚ ਸੀ ਉਹਨਾਂ ਦੇ। ਸੋ ਇਸ ਕਰਕੇ ਉਹਨਾਂ ਨੂੰ ਇਹ ਨਹੀਂ ਸੀ ਕਿ ਉਹ ਤੁਸੀਂ ਪਰਸ਼ੀਅਨ ਬਦਲ ਦਿਓ ਤੇ ਗੁਰਮੁਖੀ ਲਿਖੋ, ਨਹੀਂ।